ਤੇਰਾ ਨਾਨਕ ਬੋਲੇ ਬੁਲਾਇਆ ਤੇਰਾ। ਸਭ ਤੇ ਨਾਮ ਸੁਨਤ ਦਰਦ ਦੁਖ ਲੱਥਾ ਬੇਸ਼ੁਮਾਰ ਅਥਾਹ ਅਗਣਤ ਅਤੁਲੈ। ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪੰਜਵਾਂ। ਆਪੇ ਖਿਨ ਮੈਂ ਸੁਖ ਅਨੰਦ ਸੇਤੀ ਘਰ ਜਾਈਐ। ਜਾਂ ਤੇ ਘਾਲ ਨਾ ਬਿਰਥੀ ਜਾਈਐ। ਆਠ ਪੈਰ ਸਿਮਰੋ ਪ੍ਰਭ ਆਪਣਾ। ਮਨ ਤਨ ਸਦਾ ਧਿਆਈਐ ਰਹਾਉ। ਮੋਹਿ ਸ਼ਰਨ ਦੀਨ ਦੁਖ ਭੰਜਨ। ਤੂੰ ਦੇਹ ਸੋਈ ਪ੍ਰਭ ਪਾਈਐ। ਚਰਨ ਕਮਲ ਨਾਨਕ ਰੰਗ ਰਾਤੇ। ਹਰ ਦਸੈ ਪਾਜ ਰਖਾਈਐ। ਮੋਹਿ ਸ਼ਰਨ ਦੀਨ ਦੁਖ ਭੰਜਨ। ਤੂੰ ਦੇਹ ਸੋਈ ਪ੍ਰਭ ਪਾਈਐ। ਚਰਨ ਕਮਲ ਨਾਨਕ ਰੰਗ ਰਾਤੇ। ਹਰ ਦਸੈ ਪੈਜ ਰਖਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰਬਾਣੀ ਦੀ ਪਾਵਨ ਕਥਾ ਜੋ ਇਸ ਪਾਵਨ ਸਥਾਨ ਤੇ ਲੜੀਵਾਰ ਚੱਲ ਰਹੀ ਹੈ, ਤਿਸ ਦੇ ਤਹਿਤ ਗੁਜਰੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਪਾਤਸ਼ਾਹ ਜੀ ਦੇ ਪਾਵਨ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 500 ਉੱਪਰ ਸੁਭਾਏਮਾਨ ਹਨ। ਪਾਵਨ ਬਾਣੀ ਦੇ ਦੁਆਰਾ ਗੁਰੂ ਪਾਤਸ਼ਾਹ ਜੀ ਸਾਨੂੰ ਪਰਮੇਸ਼ਵਰ ਵਾਹਿਗੁਰੂ ਦਾ ਨਾਮ ਜਪਣ ਦਾ ਉਪਦੇਸ਼ ਕਰ ਰਹੇ ਹਨ। ਮਨੁੱਖ ਸਵਾਲ ਕਰ ਸਕਦਾ ਹੈ, ਸਾਨੂੰ ਨਾਮ ਜਪਣ ਦੀ ਕੀ ਲੋੜ ਹੈ। ਦੇਖੋ, ਜਿਵੇਂ ਸਾਡਾ ਸਰੀਰ ਜਿਹੜਾ ਜੀਵਨ ਹੈ, ਇਹ ਦੋ ਤਰ੍ਹਾਂ ਦਾ ਹੈ। ਇਹਦੇ ਦੋ ਪੱਖ ਹਨ। ਸਾਡਾ ਸਰੀਰ ਔਰ ਮਨ, ਤਨ ਔਰ ਮਨ, ਇਹ ਦੋ ਵੱਖਰੀਆਂ ਚੀਜ਼ਾਂ ਦੇ ਸੁਮੇਲ ਨਾਲ ਇਹ ਜੀਵਨ ਚੱਲ ਰਿਹਾ ਹੈ। ਇਕੱਲਾ ਤਨ ਹੋਵੇ, ਮਨ ਨਾ ਹੋਵੇ, ਭਾਵ ਜੇ ਸਰੀਰ ਵਿੱਚ ਜਾਨ ਨਾ ਹੋਵੇ, ਆਤਮਾ ਨਾ ਹੋਵੇ, ਤਾਂ ਇਹ ਸਰੀਰ ਵੀ ਕਿਸੇ ਕੰਮ ਨਹੀਂ ਹੈ। ਇਕੱਲੀ ਆਤਮਾ ਹੈ, ਉਹਦੇ ਕੋਲ ਸਰੀਰ ਨਹੀਂ ਹੈ। ਇਕੱਲੀ ਆਤਮਾ ਵੀ ਭਟਕਦੀ ਰਹਿੰਦੀ ਹੈ। ਸਰੀਰ ਦੇ ਨਾਲ ਉਸ ਨੂੰ ਟਿਕਾ ਮਿਲਦਾ ਹੈ। ਮਹਾਰਾਜ ਕਹਿੰਦੇ, ਇਸ ਜੀਵਨ ਦੇ ਵਿੱਚੋਂ ਤੋਂ ਮਹਾਨ ਜੀਵਨ ਨੂੰ ਖੋਜਣਾ ਹੈ, ਜਿਸ ਬਾਰੇ ਬਾਣੀ ਵਿੱਚ ਆਖਿਆ, ਜੀਵਨੋਂ ਮੈਂ ਜੀਵਨ ਪਾਇਆ ਗੁਰਮੁਖ ਭਾਏ ਰਾਮ। ਉਹ ਜੀਵਨ ਮਿਲ ਜਾਵੇ ਤਾਂ ਆਤਮਾ ਦੀ ਭਟਕਣਾ ਖਤਮ ਹੋ ਜਾਂਦੀ ਹੈ। ਸਰੀਰਕ ਜੀਵਨ ਵਾਸਤੇ ਜਿਵੇਂ ਸਾਨੂੰ ਭੋਜਨ ਦੀ ਲੋੜ ਹੈ, ਕਦੇ ਆਪਾਂ ਸਵਾਲ ਨਹੀਂ ਕੀਤਾ ਵੀ ਸਰੀਰ ਨੂੰ ਰੋਟੀ ਕਿਉਂ ਖਵਾਉਣੀ ਹੈ। ਕਦੇ ਕਿਸੇ ਨੇ ਸਵਾਲ ਨਹੀਂ ਇਹ ਖੜਾ ਕੀਤਾ ਵੀ ਰੋਟੀ ਖਾਣ ਦੀ ਕੀ ਲੋੜ ਹੈ, ਪਾਣੀ ਪੀਣ ਦੀ ਕੀ ਲੋੜ ਹੈ। ਦੁਨਿਆਵੀ ਪਦਾਰਥਾਂ ਨੂੰ ਆਪਾਂ ਫਲ ਫਰੂਟ ਇਤਿਆਦਿ ਜੋ ਵੀ ਛਕਦੇ ਹਾਂ ਪਦਾਰਥ, ਕਦੇ ਮਨੁੱਖ ਨੇ ਇਤਰਾਜ਼ ਨਹੀਂ ਕੀਤਾ ਵੀ ਇਹ ਪਦਾਰਥ ਛਕਣ ਦੀ ਕੀ ਲੋੜ ਹੈ, ਕਿਉਂਕਿ ਸਾਨੂੰ ਪਤਾ ਹੈ ਇਹ ਸਰੀਰਕ ਜੀਵਨ ਭੋਜਨ ਤੋਂ ਬਿਨਾਂ ਨਹੀਂ ਚੱਲੇਗਾ। ਇਸੇ ਤਰ੍ਹਾਂ ਜਿਹੜਾ ਮਨ ਦਾ ਜੀਵਨ ਹੈ, ਜਿਹੜਾ ਆਤਮਿਕ ਜੀਵਨ ਹੈ, ਉਹ ਭਜਨ ਤੋਂ ਬਿਨਾਂ ਨਹੀਂ ਚੱਲਦਾ। ਸਰੀਰ ਨੂੰ ਰੋਟੀ ਨਾ ਦੇਵੋ, ਸਰੀਰ ਡਾਊਨ ਹੋਣ ਲੱਗ ਜਾਵੇਗਾ। ਇਸ ਨੂੰ ਖੁਰਾਕ ਨਾ ਮਿਲੇ, ਸਰੀਰ ਡਾਊਨ ਹੋਣ ਲੱਗ ਜਾਂਦਾ ਹੈ। ਔਰ ਕਈ ਤਰ੍ਹਾਂ ਦਾ ਸੰਤਾਪ ਫਿਰ ਮਨ ਨੂੰ ਵੀ ਹੁੰਦਾ ਹੈ। ਜਿੱਥੇ ਤਨ ਨੂੰ ਹੁੰਦਾ ਹੈ, ਉੱਥੇ ਮਨ ਨੂੰ ਵੀ ਹੁੰਦਾ ਹੈ। ਦੋਵੇਂ ਆਪਸ ਵਿੱਚ ਜੁੜੇ ਹੋਏ ਨੇ। ਵੇਖੋ, ਜਦੋਂ ਆਪਾਂ ਸਰੀਰ ਨਾਲ ਕੋਈ ਵੀ ਕੰਮ ਕਰੀ ਜਾਂਦੇ ਹਾਂ ਨਾ,
ਤੇ ਸਾਨੂੰ ਸਾਡੇ ਮਨ ਨੂੰ ਸੁਪਨੇ ਵੀ ਉਹੀ ਆਉਂਦੇ ਨੇ ਜੋ ਆਪਾਂ ਸਰੀਰ ਨਾਲ ਕੰਮ ਕਰਦੇ ਹਾਂ। ਤੇ ਜੇ ਦਿਨ ਸਾਡਾ ਮਨ ਉਦਾਸ ਹੋਵੇ, ਸਰੀਰ ਬਿਲਕੁਲ ਠੀਕ ਹੈ ਪਰ ਮਨ ਉਦਾਸ ਹੋ ਗਿਆ ਕਿਸੇ ਕਾਰਨ ਕਰਕੇ, ਸਰੀਰ ਵੀ ਕੰਮ ਨਹੀਂ ਕਰ ਰਿਹਾ, ਪੁੱਛਿਆ ਜਾਵੇ ਵੀ ਤੇਰਾ ਸਰੀਰ ਤਾਂ ਬਿਲਕੁਲ ਠੀਕ ਹੈ, ਕੋਈ ਬਿਮਾਰੀ ਵੀ ਨਹੀਂ, ਤੇ ਮਨੁੱਖ ਸਹਿਜ ਸੁਭਾਅ ਕਹਿ ਦਿੰਦਾ ਕਿ ਅੱਜ ਮੇਰਾ ਮਨ ਠੀਕ ਨਹੀਂ ਹੈ। ਆਪਾਂ ਕਹਿ ਦਿੰਦੇ ਹਾਂ ਮੇਰਾ ਮਨ ਠੀਕ ਨਹੀਂ ਹੈ। ਤਨ ਔਰ ਮਨ ਦੋਵੇਂ ਠੀਕ ਹੋਣ ਤੇ ਜੀਵਨ ਦੀ ਧਾਰਾ ਚੱਲਦੀ ਹੈ। ਇਸ ਕਰਕੇ ਦੋਵਾਂ ਨੂੰ ਠੀਕ ਰੱਖਣਾ ਹੈ ਤਾਂ ਸਰੀਰ ਨੂੰ ਭੋਜਨ ਵੀ ਛਕਾਉਣਾ ਪਵੇਗਾ, ਜਲ ਵੀ ਛਕਾਉਣਾ ਪਵੇਗਾ, ਇਹਨੂੰ ਨੀਂਦ ਵੀ ਦਿਵਾਉਣੀ ਪਵੇਗੀ। ਸਰੀਰ ਦੇ ਜੀਵਨ ਨੂੰ ਠੀਕ ਰੱਖਣਾ ਹੈ ਨਾ, ਇਹਦਾ ਨਿਯਮ ਹੈ, ਇਹਦੀ ਮਰਿਆਦਾ ਹੈ। ਮਰਿਆਦਾ ਤੋਂ ਬਾਹਰ ਜਾਵਾਂਗੇ ਸਰੀਰ ਰੋਗੀ ਹੋਣ ਲੱਗ ਜਾਵੇਗਾ, ਸੰਤਾਪ ਹੋ ਜਾਵੇਗਾ ਜੀਵਨ ਦੇ ਵਿੱਚ। ਸਰੀਰਕ ਜੀਵਨ ਦੀ ਬਕਾਇਦਾ ਮਰਿਆਦਾ ਹੈ। ਫਿਰ ਉਹਦੇ ਵਾਸਤੇ ਆਪਾਂ ਪੜ੍ਹਾਈ ਕਰਦੇ ਹਾਂ, ਵਿੱਦਿਆ ਲੈਂਦੇ ਹਾਂ, ਤਾਲੀਮ ਲੈਂਦੇ ਹਾਂ, ਕੋਈ ਕਲਾ ਸਿੱਖਦੇ ਹਾਂ, ਕੋਈ ਗੁਣ ਸਿੱਖਦੇ ਹਾਂ। ਇਸੇ ਤਰ੍ਹਾਂ ਆਤਮਿਕ ਜੀਵਨ ਦੀ ਵੀ ਮਰਿਆਦਾ ਹੈ। ਉਹਦੇ ਵਾਸਤੇ ਵੀ ਸਾਨੂੰ ਸਿੱਖਣਾ ਪਵੇਗਾ। ਗੁਰਬਾਣੀ ਦਾ ਪਾਠ, ਕਥਾ, ਕੀਰਤਨ, ਸਿਮਰਨ ਕਰਨਾ, ਇਹ ਸਾਰੀਆਂ ਗੱਲਾਂ ਜਿਵੇਂ ਸਰੀਰਕ ਜੀਵਨ ਦੀ ਪੜ੍ਹਾਈ ਹੈ, ਇਸੇ ਜਿਵੇਂ ਸਰੀਰਕ ਜੀਵਨ ਨਾਲ ਆਪਾਂ ਪੜ੍ਹਾਈ ਕਰਕੇ ਆਪਣੇ ਜੀਵਨ ਵਿੱਚ ਭੋਜਨ ਨੂੰ ਕਮਾਉਣ ਜੋਗੇ ਹੋ ਜਾਂਦੇ ਹਾਂ। ਹੋਰ ਪੜ੍ਹਾਈ ਦਾ ਕੋਈ ਮਤਲਬ ਨਹੀਂ ਹੈ। ਪੜ੍ਹਾਈ ਕਰਨ ਦਾ ਮਤਲਬ ਇਹੀ ਹੈ ਵੀ ਵਧੀਆ ਤਰੀਕੇ ਨਾਲ ਬੰਦਾ ਰੋਟੀ ਖਾ ਸਕੇ। ਹੋਰ ਪੜ੍ਹਾਈ ਨੇ ਕੋਈ ਇਹਨੂੰ ਹੋਰ ਨਹੀਂ ਕੁਝ ਕਰ ਦੇਣਾ। ਪੜ੍ਹਾਈ ਦਾ ਬਸ ਸਾਡੇ ਜੀਵਨ ਵਿੱਚ ਇੰਨਾ ਕੁ ਮਾਇਨਾ ਹੈ ਵੀ ਸਾਨੂੰ ਰੋਟੀ ਕਮਾਉਣ ਦਾ ਤਰੀਕਾ ਆ ਜੇ, ਬੱਚੇ ਵਧੀਆ ਤਰੀਕੇ ਨਾਲ ਰੋਟੀ ਖਾ ਸਕਣ, ਹੋਰ ਤਾਂ ਕੋਈ ਇਹਦਾ ਅਰਥ ਹੈ ਨਹੀਂ। ਇਸੇ ਤਰ੍ਹਾਂ ਗੁਰਮੁਖੋ ਜਿਹੜੀ ਅਧਿਆਤਮਕ ਪੜ੍ਹਾਈ ਹੈ, ਇਹਦੇ ਨਾਲ ਸਾਡੇ ਮਨ ਨੂੰ ਆਤਮਿਕ ਰਸ ਦੀ ਖੁਰਾਕ ਮਿਲੇਗੀ। ਬੰਦਗੀ ਦੇ ਨਾਲ, ਸਿਮਰਨ ਕਰਨ ਦੇ ਨਾਲ ਆਤਮਿਕ ਖੁਰਾਕ ਮਿਲੇਗੀ। ਗੁਰਦੁਆਰੇ ਇਸ ਕਰਕੇ ਆਉਣਾ ਹੈ, ਪਾਠ ਪੂਜਾ ਇਸ ਕਰਕੇ ਕਰਨਾ ਹੈ, ਸਾਨੂੰ ਉਹ ਰਸ ਲੈਣ ਦੀ ਵਿਧੀ ਆ ਜਾਵੇ। ਸਕੂਲ ਵਿੱਚ ਬੱਚਾ ਕਾਲਜ ਵਿੱਚ ਕਿਉਂ ਜਾ ਰਿਹਾ ਪੜ੍ਹਨ? ਰੋਟੀ ਕਮਾਉਣ ਦਾ ਤਰੀਕਾ ਆ ਜਾਵੇ, ਕਿਵੇਂ ਕਾਰੋਬਾਰ ਕਰਨਾ ਹੈ, ਕਿਵੇਂ ਹਸਪਤਾਲ ਦਾ ਸਿੱਖਣਾ ਹੈ, ਕੋਈ ਆਪਰੇਸ਼ਨ ਕਰਨਾ, ਕੋਈ ਇਲਾਜ ਕਰਨਾ, ਉਹ ਤਰੀਕੇ ਸਿੱਖਣੇ ਨੇ। ਉਹਦਾ ਭਾਵ ਕੀ ਇਹੀ ਹੈ, ਕਮਾਉਣਾ ਤੇ ਰੋਟੀ ਦਾ ਹੀ ਹੈ ਕੰਮ, ਹੋਰ ਤਾਂ ਕੋਈ ਗੱਲ ਹੈ ਨਹੀਂ। ਹਸਪਤਾਲ ਕਿਉਂ ਖੋਲ੍ਹਿਆ? ਰੋਟੀ ਵਾਸਤੇ, ਹੋਰ ਤਾਂ ਉਹਦਾ ਕੋਈ ਮਕਸਦ ਹੈ ਹੀ ਨਹੀਂ। ਵੀ ਜੀਵਨ ਨੂੰ ਵਧੀਆ ਤਰੀਕੇ ਨਾਲ ਵਧੀਆ ਸੁੱਖ ਲੈ ਸਕਾਂ ਇਸ ਜੀਵਨ ਤੋਂ। ਇਸੇ ਤਰ੍ਹਾਂ ਆਪਾਂ ਗੁਰਦੁਆਰੇ ਆਉਣਾ ਹੈ, ਮੰਦਰ ਵਿੱਚ ਜਾਣਾ, ਮਸਜਿਦ ਵਿੱਚ ਜਾਣਾ, ਜਿੱਥੇ ਵੀ ਕੋਈ ਧਰਮ, ਕਿਸੇ ਵੀ ਧਰਮ ਨਾਲ ਮਨੁੱਖ ਸੰਬੰਧਿਤ ਹੈ, ਉਹਦਾ ਭਾਵ ਇਹੀ ਹੈ ਇੱਥੋਂ ਵਿੱਦਿਆ ਲੈਣੀ ਆਪਾਂ ਰੂਹਾਨੀਅਤ ਦੀ, ਕਿ ਸਾਨੂੰ ਆਤਮਿਕ ਖੁਰਾਕ ਲੈਣ ਦਾ ਤਰੀਕਾ ਆ ਜਾਵੇ। ਆਤਮਿਕ ਰਸ, ਵਾਹਿਗੁਰੂ ਦੇ ਨਾਮ ਦਾ ਰਸ, ਉਹ ਸਾਨੂੰ ਪ੍ਰਾਪਤ ਕਰਨ ਦਾ ਪਤਾ ਲੱਗ ਜਾਵੇ ਕਿਵੇਂ ਪ੍ਰਾਪਤ ਕਰਨਾ ਹੈ। ਅਤੇ ਉਹਦੇ ਵਾਸਤੇ ਸਾਨੂੰ ਸੰਗਤ ਕਰਨੀ ਪਵੇਗੀ, ਗੁਰੂ ਦੀ ਮੱਤ ਲੈ ਕੇ ਅਭਿਆਸ ਕਰਨਾ ਪਵੇਗਾ। ਜਦੋਂ ਉਹ ਰਸ ਲੈਣਾ ਆ ਗਿਆ ਤਾਂ ਫਿਰ ਹਰ ਸਮੇਂ ਜੀਵਨ ਖਿੜਿਆ ਰਹਿੰਦਾ ਹੈ। ਜਪਜੀ ਸਾਹਿਬ ਤੁਸੀਂ ਪੜ੍ਹਦੇ ਹੋ ਨਾ, ਉੱਥੇ ਮਹਾਰਾਜ ਕਹਿੰਦੇ ਨੇ, ਨਾਨਕ ਭਗਤਾਂ ਸਦਾ ਵਿਗਾਸ, ਵਿਗਾਸ ਮੈਨੇ ਖੇੜਾ, ਹਰ ਸਮੇਂ ਹੱਸਦਾ ਹੈ ਚਿਹਰਾ, ਹਰ ਸਮੇਂ ਖੁਸ਼ੀ ਹੈ, ਕੋਈ ਦੁੱਖ ਨਹੀਂ ਹੈ। ਨਾਨਕ ਭਗਤਾਂ ਸਦਾ, ਅੱਠੇ ਪੈਰ, ਸਦੀਵੀ ਕਾਲ ਵਿਗਾਸ ਹੈ। ਦੁਨਿਆਵੀ ਖੁਸ਼ੀ ਥੋੜ੍ਹੇ ਸਮੇਂ ਵਾਸਤੇ ਆਉਂਦੀ, ਖਤਮ ਹੋ ਜਾਂਦੀ ਹੈ, ਪਰ ਉਹ ਖੁਸ਼ੀ ਮਿਲ ਜਾਵੇ, ਉਹ ਖੇੜਾ ਕਦੇ ਗਵਾਚਦਾ ਨਹੀਂ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਇਸ ਕਰਕੇ ਮਹਾਰਾਜ ਸਾਨੂੰ ਬਾਣੀ ਵਿੱਚ, ਸਕੂਲ ਵਿੱਚ ਜਾਵੋਗੇ, ਸਕੂਲ ਵਾਲੇ ਟੀਚਰ ਕੀ ਕਹਿਣਗੇ? ਵਾਰ-ਵਾਰ ਪੜ੍ਹ ਲਓ ਧਿਆਨ ਦੇ ਨਾਲ। ਗੁਰਦੁਆਰੇ ਆਵਾਂਗੇ, ਗੁਰੂ ਬਾਬਾ ਜੀ ਕੀ ਕਹਿੰਦੇ ਨੇ ਮਹਾਰਾਜ? ਬਈ ਨਾਮ ਜਪ ਲੈ, ਬਾਣੀ ਪੜ੍ਹ ਲੈ, ਪੜ੍ਹੋ ਬਾਣੀ, ਜਪੋ ਨਾਮ। ਵਾਰ-ਵਾਰ ਮਹਾਰਾਜ ਸਾਨੂੰ ਬਾਣੀ ਵਿੱਚ ਇਹੀ ਗੱਲ ਕਹਿੰਦੇ ਨੇ। ਸਕੂਲ ਵਿੱਚ ਪਤਾ ਨਹੀਂ ਕਿੰਨੇ ਕੁ ਬੱਚੇ ਆਏ, ਹਰ ਇੱਕ ਬੱਚੇ ਨੂੰ ਟੀਚਰ ਇਹੀ ਕਹਿ ਰਿਹਾ ਵੀ ਪੜ੍ਹ, ਸਕੂਲ ਦੀ ਵਿੱਦਿਆ ਨੂੰ ਪੜ੍ਹ, ਇਹ ਕਰ ਲੈ, ਇਹ ਯਾਦ ਕਰ ਲੈ, ਇਹ ਯਾਦ ਕਰ ਲੈ।
ਇਸੇ ਤਰ੍ਹਾਂ ਗੁਰੂ ਮਹਾਰਾਜ ਸਾਨੂੰ ਕਹਿੰਦੇ ਨੇ ਇਹ ਬਾਣੀ ਪੜ੍ਹ ਲੈ, ਬਾਣੀ ਕੰਠ ਕਰ, ਨਾਮ ਜਪ, ਸਿਮਰਨ ਕਰ, ਕਥਾ ਕਰ, ਕੀਰਤਨ ਕਰ। ਤੋ ਗੁਰੂ ਪਾਤਸ਼ਾਹ ਕਹਿੰਦੇ ਇਹ ਜਦੋਂ ਨਾਮ ਜਪੇਗਾ ਇਹਦੇ ਨਾਲ ਕੀ ਹੋਵੇਗਾ, ਬੜੀ ਜਿੱਥੇ ਤੈਨੂੰ ਖੁਰਾਕ ਮਿਲਦੀ ਹੈ। ਦੇਖੋ ਜਿੱਥੇ ਸਾਨੂੰ ਪੜ੍ਹਾਈ ਕਰਨ ਨਾਲ, ਦੁਨਿਆਵੀ ਵਿੱਦਿਆ ਪੜ੍ਹਨ ਨਾਲ ਰੋਟੀ ਕਮਾਉਣ ਦੀ ਵਿਧੀ ਆ ਗਈ, ਤਰੀਕਾ ਆ ਗਿਆ, ਉੱਥੇ ਨਾਲ ਸਾਡਾ ਜਸ ਵੀ ਹੁੰਦਾ ਹੈ। ਕੋਈ ਕਿਸੇ ਘਰ ਦੇ ਵਿੱਚ ਬੜੀ ਗਰੀਬੀ, ਬੜੀ ਜਾਂ ਕਈ ਤਰ੍ਹਾਂ ਦਾ ਕੁਝ ਹੋਇਆ, ਉਹਨਾਂ ਨੂੰ ਦੁਨੀਆ ਉਹਨਾਂ ਨੂੰ ਮਾੜਾ ਕਹਿੰਦੀ ਸੀ, ਬੁਰਾ ਕਹਿੰਦੀ ਸੀ। ਪਰ ਉਸ ਘਰ ਵਿੱਚੋਂ ਕੋਈ ਬੱਚਾ ਪੜ੍ਹ ਗਿਆ, ਉਹਨੇ ਆਪਣੇ ਘਰਦਿਆਂ ਦੀ ਸਾਰੀ ਬਦਨਾਮੀ ਦੇ ਦਾਗ ਧੋ ਦਿੱਤੇ। ਸਾਰਾ ਜਿਹੜਾ ਉਹਨਾਂ ਦਾ ਅਪਜਸ ਹੁੰਦਾ ਸੀ, ਭਾਵ ਉਹਨਾਂ ਦੀ ਜਿਹੜੀ ਹੈ ਦੁਨੀਆ ਦੇ ਵਿੱਚ ਬਦਬੋਈ ਹੁੰਦੀ ਸੀ, ਉਹ ਖਤਮ ਹੋ ਗਈ। ਵਡਿਆਈ ਹੋਣ ਲੱਗ ਪਈ, ਸੋਭਾ ਹੋਣ ਲੱਗ ਪਈ। ਇੱਕੋ ਬੱਚਾ ਪੜ੍ਹ ਗਿਆ। ਤੋ ਗੁਰੂ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਨਾਮ ਜਪਣ ਦੇ ਨਾਲ ਤੇਰਾ ਲੋਕ ਪਰਲੋਕ ਦੇ ਵਿੱਚ ਜਸ ਹੋਵੇਗਾ। ਜਿੱਥੇ ਤੈਨੂੰ ਆਤਮਿਕ ਖੁਰਾਕ ਮਿਲੇਗੀ, ਉਥੇ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਸ਼ੋਭਾ ਹੋਵੇਗੀ, ਵਡਿਆਈ ਹੋਵੇਗੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਗੁਜਰੀ ਮਹੱਲਾ ਪੰਜਵਾਂ। ਅਪਜਸ ਮਿਟੈ ਹੋਵੈ ਜਗ ਕੀਰਤ ਦਰਗਹਿ, ਬੈਸਣ ਪਾਈਐ ਅਪਜਸ। ਮਾੜੇ ਕਰਮਾਂ ਕਰਕੇ ਲੋਕ ਬੁਰਿਆਈ ਕਰਦੇ ਨੇ। ਮਨੁੱਖ ਆਪਣੇ ਜੀਵਨ ਵਿੱਚ, ਜੇ ਇਹਦੇ ਜੀਵਨ ਵਿੱਚ ਜ਼ਿੰਦਗੀ ਨਹੀਂ ਤੇ ਇਹਦੀ ਵੀ ਬੁਰਿਆਈ ਹੁੰਦੀ, ਇਹਦਾ ਵੀ ਅਪਜਸ ਹੁੰਦਾ ਹੈ। ਜਾਂ ਹੋਰ ਵੀ ਕਈ ਤਰੀਕਿਆਂ ਕਾਰਨ ਕਰਕੇ, ਕਈ ਕਰਮਾਂ ਕਰਕੇ ਹੁੰਦਾ ਹੈ। ਭਗਤ ਧਰੂ 5 ਸਾਲ ਦੀ ਉਮਰ ਵਿੱਚ ਬੰਦਗੀ ਕਰਨ ਚਲੇ ਗਏ ਸੀ, ਘਰ ਨੂੰ ਛੱਡ ਕੇ ਅੱਧੀ ਰਾਤ ਨੂੰ। 5 ਸਾਲ ਦੀ ਉਮਰ ਹੈ। ਗੁਰਬਾਣੀ ਵਿੱਚ ਇਹ ਜ਼ਿਕਰ ਆਇਆ ਹੈ, 5 ਬਾਰਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। 5 ਵਰਖਾਂ ਦਾ, 5 ਸਾਲਾਂ ਦਾ ਸੀ ਧਰੂ। ਕਾਰਨ ਕੀ ਬਣਿਆ? ਇਹਦੀ ਮਾਂ ਬੜੀ ਬੰਦਗੀ ਵਾਲੀ, ਤੇ ਇਹਦੇ ਪਿਤਾ ਨੇ ਇੱਕ ਹੋਰ ਸ਼ਾਦੀ ਕਰ ਲਈ, ਇੱਕ ਹੋਰ ਵਿਆਹ ਕਰ ਲਿਆ। ਉਹਦੇ ਵਿੱਚੋਂ ਵੀ ਪੁੱਤਰ ਇੱਕ ਪੈਦਾ ਹੋਇਆ, ਤੇ ਇਹ ਧਰੂ ਵੱਡਾ ਸੀ। ਤੇ ਇੱਕ ਦਿਨ ਖੇਡਦਾ ਹੋਇਆ ਅੱਜ ਆਪਣੇ ਪਿਤਾ ਰਾਜੇ ਵਿਰੋਚਨ ਦੀ ਗੋਦ ਵਿੱਚ ਜਾ ਕੇ ਬੈਠ ਗਿਆ। ਮਤਰੇਈ ਮਾਂ ਕੋਲ ਸੀ, ਤੇ ਛੋਟਾ ਭਰਾ ਮਤਰੇਈ ਮਾਂ ਦਾ ਪੁੱਤਰ ਉਦਮ, ਉਹ ਵੀ ਕੋਲ ਸੀ। ਉਹ ਮਤਰੇਈ ਮਾਂ ਨੂੰ ਬੜਾ ਗੁੱਸਾ ਆਇਆ। ਉਹਨੇ ਧਰੂ ਨੂੰ ਬਾਂਹ ਤੋਂ ਪਕੜ ਕੇ ਉਠਾ ਦਿੱਤਾ ਤੇ ਕਹਿਣ ਲੱਗੀ, ਜੇ ਇਸ ਗੋਦ ਵਿੱਚ ਬੈਠਣਾ ਸੀ, ਮੇਰੀ ਕੁੱਖ ਤੋਂ ਜਨਮ ਲੈਂਦਾ, ਭੱਜ ਜਾ ਇੱਥੋਂ, ਤੇਰਾ ਇੱਥੇ ਬੈਠਣ ਦਾ ਕੋਈ ਅਧਿਕਾਰ ਨਹੀਂ। ਹੋਰ ਵੀ ਬੜਾ ਕੁਝ ਆਖਿਆ। ਬੜਾ ਗੁੱਸਾ ਲੱਗਾ ਬਾਲਕ ਨੂੰ ਵੀ ਮੇਰੇ ਪਿਓ ਦੀ ਗੋਦ ਵਿੱਚੋਂ ਮੈਨੂੰ ਉਠਾ ਦਿੱਤਾ ਹੈ। ਆਪਣੀ ਮਾਂ ਨੂੰ ਜਾ ਕੇ ਪੁੱਛਦਾ ਹੈ ਕਾਰਨ ਕੀ ਬਣਿਆ ਹੈ। ਤੇ ਗੁਰਮੁਖੋ ਭਗਤ ਧਰੂ ਦੀ ਮਾਂ ਬੜੀ ਬੰਦਗੀ ਵਾਲੀ, ਉਹਨੇ ਫਿਰ ਉਹਨੂੰ ਦੱਸਿਆ ਵੀ ਗੱਲ ਇਹ ਹੈ, ਅਸਲ ਵਿੱਚ ਜੇ ਦੁਨੀਆ ਵਿੱਚ ਤੇਰਾ ਨਿਰਾਦਰ ਹੋਇਆ ਹੈ, ਅਪਜਸ ਹੋਇਆ ਹੈ, ਤੇਰੀ ਬੰਦਗੀ ਘੱਟ ਹੈ। ਫਿਰ ਮਾਂ ਜੇ ਵਡਿਆਈ ਲੈਣੀ ਹੋਵੇ ਦੁਨੀਆ ਦੀ, ਦੁਨੀਆ ਵਿੱਚ ਆਪਣਾ ਜੈ ਜੈਕਾਰ ਕਰਾਣੀ ਹੋਵੇ, ਫਿਰ ਕੀ ਕੀਤਾ ਜਾਵੇ? ਕਹਿੰਦੀ ਫਿਰ ਨਾਮ ਜਪਣਾ ਪਵੇਗਾ, ਸਿਮਰਨ ਕਰਨਾ ਪਵੇਗਾ। ਭਾਈ ਗੁਰਦਾਸ ਜੀ ਨੇ ਉਸ ਨੂੰ ਆਪਣੀ ਬਾਣੀ ਦੇ ਵਿੱਚ ਕਲਮਬੱਧ ਕੀਤਾ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲਿੱਤਾ। ਪਿਓ ਨੂੰ ਬੜਾ ਪਿਆਰ ਹੈ ਵੀ ਮੇਰਾ ਪਿਓ, ਕਿ ਪਿਓ ਨੂੰ ਤਾਂ ਕੋਈ ਫਰਕ ਨਹੀਂ, ਭਾਵੇਂ 2 ਰਾਣੀਆਂ ਨੇ, ਬੱਚੇ ਦੋਵਾਂ ਦੇ ਉਹਨੂੰ ਬਰਾਬਰ ਪਿਆਰੇ ਨੇ। ਉਹਨੇ ਗੋਦ ਵਿੱਚ ਚੁੱਕ ਲਿਆ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲਿੱਤਾ। ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਡੱਡੂ ਲਿਕਾ ਮਾਂ ਪੁੱਛੇ, ਤੂੰ ਸਵਾਣੀ ਹੈ ਕਿ ਸਰੀਤਾ। ਜਦੋਂ ਮਤਰੇਈ ਮਾਂ ਨੇ ਉਠਾ ਦਿੱਤਾ ਗੋਦ ਵਿੱਚੋਂ, ਗਿਆ ਘਰ, ਆਪਣੀ ਮਾਂ ਦੇ ਮੋਢੇ ਨੂੰ ਹਲੂਣਾ ਦੇ ਕੇ ਕਹਿਣ ਲੱਗਾ, ਮਾਂ ਤੂੰ ਇਹ ਦੱਸ ਕਿ ਤੂੰ ਮੇਰੇ ਪਿਤਾ ਦੀ ਰਾਣੀ ਹੈ ਕਿ ਗੋਲੀ ਹੈ?
ਤੇ ਉਹਨੇ ਕਾਰਨ ਪੁੱਛਿਆ, ਕਹਿੰਦਾ ਇਹ ਕੁਝ ਮੇਰੇ ਨਾਲ ਹੋਇਆ। ਤੇ ਫਿਰ ਮਾਂ ਕਹਿਣ ਲੱਗੀ, ਸਵਾਣੀ ਹਾਂ ਕਰਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜਤਾ। ਗੁਰਮੁਖਾਂ ਦੀ ਇੱਕ ਖੂਬੀ ਹੈ, ਉਹ ਜੇ ਉਹਨਾਂ ਦੇ ਜੀਵਨ ਵਿੱਚ ਕੋਈ ਦੁੱਖ ਆਉਂਦਾ, ਕੁਝ ਵੀ ਹੋਵੇ, ਤੇ ਉਹ ਰੱਬ ਨੂੰ ਦੋਸ਼ ਨਹੀਂ ਦਿੰਦੇ। ਉਹ ਕਹਿੰਦੇ ਮੇਰੀ ਭਗਤੀ ਘੱਟ ਹੈ। ਆਪਣਾ ਕੀ ਸੁਭਾਅ, ਆਪਾਂ ਕਹਿੰਦੇ ਆ ਰੱਬਾ ਤੂੰ ਮੇਰੇ ਨਾਲ ਇਹ ਕੀ ਕਰ ਦਿੱਤਾ। ਆਪਾਂ ਇਹ ਨਹੀਂ ਕਹਿੰਦੇ ਪਰਮਾਤਮਾ ਮੇਰੀ ਭਗਤੀ ਘੱਟ ਸੀ, ਮੇਰੀ ਬੰਦਗੀ ਘੱਟ ਹੈ, ਮੇਰੇ ਨਾਲ ਜੇ ਇਸ ਤਰ੍ਹਾਂ ਦਾ ਕੁਝ ਹੋਇਆ ਤੇ ਮੇਰਾ ਕਾਰਨ ਹੈ। ਉਹਦੀ ਮਾਂ ਕਹਿਣ ਲੱਗੀ, ਪੁੱਤਰ ਜਨਮ ਤਾਂ ਮੇਰਾ ਰਾਜੇ ਦੇ ਘਰ ਹੋਇਆ, ਜਵਾਨ ਹੋਈ, ਵਿਆਹੀ ਵੀ ਰਾਜੇ ਨਾਲ ਗਈ ਅੱਗੇ, ਪਰ ਜਨਮ ਕਰਕੇ ਤੇ ਮੈਂ ਰਾਣੀ ਹਾਂ, ਰਾਜਕੁਮਾਰੀ ਸੀ, ਪਰ ਭਗਤੀ ਘੱਟ ਹੈ। ਸਾ ਬਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜਤਾ। ਕਿਸ ਉਦਮ ਤੇ ਰਾਜ ਮਿਲੈ। ਕਹਿਣ ਲੱਗਾ ਫਿਰ ਕਿਹੜਾ ਉਦਮ ਕਰਾਂ, ਮੈਨੂੰ ਤੂੰ ਦੱਸ। ਕਿਉਂਕਿ ਸਾਡਾ ਦੁਨੀਆ ਦੇ ਵਿੱਚ ਮਾਂ ਪਿਓ ਤੋਂ ਵੱਡਾ ਸਾਨੂੰ ਹੋਰ ਸਲਾਹ ਦੇਣ ਵਾਲਾ ਕੋਈ ਸਹੀ ਬੰਦਾ ਨਹੀਂ ਹੈ। ਜਿਹੜੀ ਸਲਾਹ ਸਾਨੂੰ ਸਾਡੀ ਮਾਂ ਨੇ ਦੇਣੀ ਹੈ, ਸਾਡੇ ਪਿਓ ਨੇ ਦੇਣੀ ਹੈ, ਉਹ ਕੋਈ ਹੋਰ ਨਹੀਂ ਦੇ ਸਕਦਾ। ਕਿਉਂਕਿ ਮਾਂ ਪਿਓ ਜਿਹੜੀ ਵੀ ਸਲਾਹ ਦੇਣਗੇ ਉਹਦੇ ਵਿੱਚ ਉਹਨਾਂ ਦਾ ਕੋਈ ਸਵਾਰਥ ਨਹੀਂ ਹੁੰਦਾ। ਜਿੱਥੇ ਸਵਾਰਥ ਹੋਵੇਗਾ ਉੱਥੇ ਸਲਾਹ ਗਲਤ ਵੀ ਦਿੱਤੀ ਜਾ ਸਕਦੀ ਹੈ। ਜਿਵੇਂ ਕੋਈ ਰਾਜੇ ਦੇ ਕੋਲ ਮੰਤਰੀ ਡਿਊਟੀ ਕਰਦਾ ਹੈ, ਉਹਦਾ ਸਲਾਹਕਾਰ ਹੈ, ਉਹਨੇ ਆਪਣੀ ਨੌਕਰੀ ਨੂੰ ਬਚਾਉਣ ਵਾਸਤੇ ਰਾਜੇ ਨੂੰ ਗਲਤ ਸਲਾਹ ਵੀ ਦੇ ਸਕਦਾ ਹੈ ਵੀ ਇਹ ਮੇਰੀ ਨੌਕਰੀ ਬਚੀ ਰਹੇ। ਪਰ ਮਾਂ ਪਿਓ ਉਹ ਐਸੇ ਹੁੰਦੇ ਨੇ, ਉਹ ਕਹਿੰਦੇ ਭਾਵੇਂ ਸਾਨੂੰ ਘਾਟਾ ਪੈ ਜਾਵੇ ਪਰ ਸਾਡੇ ਬੱਚੇ ਦਾ ਜੀਵਨ ਸੁਧਰ ਜਾਣਾ ਚਾਹੀਦਾ ਹੈ, ਇਹਦਾ ਨਹੀਂ ਕੁਝ ਵਿਗੜਨਾ ਚਾਹੀਦਾ, ਭਾਵੇਂ ਸਾਡਾ ਨੁਕਸਾਨ ਹੋ ਜਾਵੇ। ਉਹ ਹਮੇਸ਼ਾ ਆਪਣੇ ਬੱਚੇ ਨੂੰ ਸਹੀ ਸਲਾਹ ਦੇਣਗੇ, ਸਹੀ ਮਸ਼ਵਰਾ ਦੇਣਗੇ। ਇਸ ਕਰਕੇ ਇਹ ਵੀ ਇੱਕ ਨੁਕਤਾ ਹੈ, ਆਪਣੇ ਮਾਂ ਪਿਓ ਦੀ ਗੱਲ ਸੁਣਿਆ ਕਰੋ ਜ਼ਰੂਰ। ਐਵੇਂ ਨਾ ਕਹਿ ਦਿਆ ਕਰੋ ਵੀ ਇਹ ਬਜ਼ੁਰਗ ਹੋ ਗਏ ਨੇ, ਇਹਨਾਂ ਦੀ ਮੱਤ ਮਾਰੀ ਗਈ ਹੈ, ਇਹਨਾਂ ਨੂੰ ਕੀ ਪਤਾ ਦੁਨੀਆ ਦਾ, ਸਾਨੂੰ ਹੀ ਪਤਾ ਹੈ। ਉਹਨਾਂ ਦੀ ਜ਼ਰੂਰ ਗੱਲ ਧਿਆਨ ਨਾਲ ਸੁਣਿਆ ਕਰੋ। ਤੇ ਜੇ ਉਹਨਾਂ ਦੇ ਵਚਨ ਨੂੰ ਕਮਾਉਣ ਲੱਗ ਪਏ ਤੇ ਜੀਵਨ ਵਿੱਚ ਕੋਈ ਥੋੜ ਵੀ ਨਹੀਂ ਆਉਣੀ, ਕੋਈ ਘਾਟਾ ਨਹੀਂ ਰਹੇਗਾ। ਤੇ ਜੇ ਆਖੋਗੇ ਬੁੜੀ ਬੁੜਾ ਐਵੇਂ ਬੋਲੀ ਜਾਂਦੇ ਨੇ ਤੇ ਜੀਵਨ ਵਿੱਚ ਕੋਈ ਤੁਹਾਡੇ ਸੁੱਖ ਨਹੀਂ ਲਿਆ ਸਕਦਾ, ਕਲਪਦੇ ਹੀ ਰਹੋਗੇ। ਤੋ ਮਾਂ ਨੇ ਸਲਾਹ ਦਿੱਤੀ, ਪੁੱਤਰ ਭਗਤੀ ਕਰਨੀ ਪਵੇਗੀ। ਕਹਿਣ ਲੱਗਾ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ। ਮਾਂ ਕਹਿੰਦੀ ਪਰਮੇਸ਼ਰ ਆਰਾਧੀ ਹੈ, ਜਿੱਦੋਂ ਹੋਈ ਹੈ ਪਤਤ ਪਨੀਤਾ। ਬਾਹਰ ਚੱਲਿਆ ਕਰਨ ਤਪ। ਤੇ ਕਹਿਣ ਲੱਗੀ ਜੇ ਤੇਰੀ ਉਮਰ ਨਹੀਂ, ਛੋਟਾ ਹੈ ਤੂੰ, ਪਰ ਅੱਧੀ ਰਾਤ ਨੂੰ, ਕਿਉਂਕਿ ਮਾਂ ਨੇ ਕਹਿਤਾ ਵੀ ਭਗਤੀ ਤੋਂ ਬਿਨਾਂ ਗੱਲ ਨਹੀਂ ਬਣਨੀ, ਅੱਧੀ ਰਾਤ ਨੂੰ ਉੱਠ ਕੇ ਮਾਂ ਨੂੰ ਛੱਡ ਕੇ ਚਲਾ ਗਿਆ। ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਨਾਰਦ ਮੁਨ ਉਪਦੇਸ਼ਿਆ। ਨਾਰਦ ਮੁਨੀ ਦੇ ਕੋਲ ਚਲੇ ਗਏ। ਨਾਰਦ ਮੁਨੀ ਨੂੰ ਆਖਿਆ ਵੀ ਮੈਂ ਤੁਹਾਡਾ ਚੇਲਾ ਬਣਨਾ, ਮੈਨੂੰ ਨਾਮ ਮੰਤਰ ਦੇਵੋ। ਉਹ ਕਹਿੰਦੇ ਤੇਰੀ ਉਮਰ ਛੋਟੀ ਹੈ। ਬੜਾ ਡਰਾ ਵੀ ਦਿੱਤਾ, ਕਹਿੰਦੇ ਨਹੀਂ ਮੈਂ ਨਹੀਂ ਹਟਣਾ। ਉਹਨਾਂ ਨੇ ਫਿਰ ਨਾਮ ਮੰਤਰ ਦਿੱਤਾ ਵੀ ਇਹ ਨਾਮ ਜਪ। ਬੈਠ ਗਿਆ ਚੌਂਕੜਾ ਮਾਰ ਕੇ। ਥੋੜ੍ਹੇ ਦਿਨ ਹੋਏ, ਪਿਓ ਨੂੰ ਪਤਾ ਲੱਗ ਗਿਆ ਵੀ ਇੱਦਾਂ ਧਰੂਤਾਂ ਮਹਿਲਾਂ ਵਿੱਚੋਂ ਚਲਾ ਗਿਆ ਹੈ। ਆ ਗਿਆ, ਕਹਿਣ ਲੱਗਾ ਪੁੱਤਰ ਘਰ ਚੱਲ, ਜੋ ਬੰਦਗੀ ਕਰਨੀ ਘਰ ਬੈਠ ਕੇ ਕਰੀ, ਅੱਧਾ ਰਾਜ ਲੈ ਲੈ। ਉਹ ਕਹਿੰਦਾ ਵਾਕਿਆ ਹੀ ਮੇਰੀ ਮਾਂ ਨੇ ਗੱਲ ਸਹੀ ਦੱਸੀ ਸੀ ਵੀ ਭਗਤੀ ਕਰਨ ਨਾਲ ਸਭ ਕੁਝ ਮਿਲਦਾ। ਅਜੇ ਤਾਂ ਮੈਂ 5-7 ਦਿਨ ਭਗਤੀ ਕੀਤੀ ਹੈ, ਅੱਧਾ ਰਾਜ ਮਿਲ ਰਿਹਾ ਹੈ। ਲਾਲਚ ਆ ਗਿਆ, ਕਹਿੰਦੇ ਵੀ ਹੁਣ ਅੱਧਾ ਰਾਜ ਨਹੀਂ ਲੈਣਾ, ਬਸ ਹੁਣ ਤਾਂ ਬੰਦਗੀ ਹੋਰ ਜ਼ਿਆਦਾ ਕਰਨੀ ਹੈ। ਤਾਂ ਐਸਾ ਫਿਰ ਬੰਦਗੀ ਕੀਤੀ। ਗੁਰਮੁਖ ਪਿੱਛੋਂ ਰਾਜੇ ਸੱਦਿਆ, ਅਵਚਲ ਰਾਜ ਕਰੋ ਨਿਤ ਨੀਤਾ। ਗੁਰਮੁਖ ਹਾਰ ਚਲੇ ਜਗ ਜੀਤਾ। ਗੁਰਮੁਖ ਸੰਸਾਰ ਵੱਲੋਂ ਆਪਣੇ ਮਨ ਨੂੰ ਹਰਾ ਕੇ ਨਾਮ ਜਪ ਕੇ ਜੀਵਨ ਦੀ ਬਾਜੀ ਨੂੰ ਜਿੱਤ ਜਾਂਦੇ ਨੇ। ਇਸੇ ਤਰ੍ਹਾਂ ਭਗਤੀ ਦੇ ਨਾਲ ਹੀ ਸਭ ਕੁਝ ਹੋ ਸਕਦਾ। ਕਿੰਨਾ ਵੀ ਕੋਈ ਪਾਪੀ ਹੋਵੇ, ਭਗਤੀ ਕਰਨ ਲੱਗ ਜਾਵੇ, ਉਹਦੀ ਵੀ ਸ਼ੋਭਾ ਹੋਣ ਲੱਗ ਜਾਂਦੀ ਹੈ। ਅਪ ਜਸ ਮਿਟੈ ਹੋਵੇ ਜਗ ਕੀਰਤ। ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਿਦਰ ਜੀ ਦਾ ਜ਼ਿਕਰ ਕੀਤਾ ਹੈ, ਦੁਆਪਰ ਯੁੱਗ ਦੇ ਵਿੱਚ ਹੋਏ ਨੇ। ਮਹਾਰਾਜ ਕਹਿੰਦੇ ਭਾਈ ਨਾਮ ਦੀ ਮਹਿਮਾ ਵੇਖੋ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਪੁੱਛੋ ਬਿਦਰ ਦਾਸੀ ਸੁਤੈ, ਕਿਸ਼ਨ ਉਤਰਿਆ ਘਰ ਜਿਸ ਜਾਏ।
ਬਿਦਰ ਰਾਜੇ ਧ੍ਰਿਤਰਾਸ਼ਟਰ ਦੀ ਦਾਸੀ ਦਾ ਪੁੱਤਰ ਸੀ, ਹੈ ਦੁਰਯੋਧਨ ਦਾ ਭਰਾ ਸੀ। ਕਿਉਂਕਿ ਦੁਰਯੋਧਨ ਦੇ ਪਿਓ ਨੇ ਇੱਕ ਆਪਣੀ ਦਾਸੀ ਨਾਲ ਵਿਆਹ ਕਰਾ ਲਿਆ ਸੀ, ਜੋ ਇਹਦੀਆਂ ਪਿੱਛੋਂ ਰਾਣੀਆਂ ਦੇ ਨਾਲ ਵਿਆਹੀ ਹੋਈ ਰਾਣੀਆਂ ਦੇ ਨਾਲ ਆਈ ਸੀ, ਜਿਨ੍ਹਾਂ ਦਾ ਨਾਲ ਇਹਨੇ ਵਿਆਹ ਕਰਾਇਆ। ਉਹ ਦਾਸੀ ਜੋ ਇਹਨੂੰ ਦਾਜ ਦੇ ਵਿੱਚ ਮਿਲੀ ਸੀ, ਉਹਦੇ ਨਾਲ ਇਹਨੇ ਵਿਆਹ ਕਰਾ ਲਿਆ। ਉਹਦੇ ਤੋਂ ਜਿਹੜਾ ਪੁੱਤਰ ਪੈਦਾ ਹੋਇਆ ਉਹਦਾ ਨਾਮ ਬਿਦਰ ਰੱਖਿਆ ਗਿਆ। ਜਦੋਂ ਦੁਰਯੋਧਨ ਜਵਾਨ ਹੋਇਆ, ਰਾਜ ਭਾਗ ਸੰਭਾਲਿਆ, ਇਹਨੇ ਉਹਨੂੰ ਕੱਢ ਦਿੱਤਾ ਸੀ ਮਹਿਲਾਂ ਵਿੱਚੋਂ। ਬਿਦਰ ਨੂੰ ਬਾਹਰ ਕੱਢ ਦਿੱਤਾ ਸੀ, ਕੁਝ ਨਹੀਂ ਤੇਰੇ ਕੋਲ, ਤੂੰ ਦਾਸੀ ਪੁੱਤਰ ਹੈ, ਤੂੰ ਸਾਡਾ ਭਰਾ ਨਹੀਂ ਹੈ। ਪਰ ਹੈ ਤਾਂ ਇੱਕੋ ਪਿਓ ਦਾ ਖੂਨ, ਇੱਕੋ ਪਿਓ ਦੀ ਅੰਸ਼, ਪਰ ਇਹਨੇ ਕੱਢ ਦਿੱਤਾ। ਪਰ ਇਹ ਭਗਤੀ ਕਰਨ ਵਾਲਾ ਸੀ, ਕਿਉਂਕਿ ਉਹ ਦਾਸੀ ਬੜੀ ਬੰਦਗੀ ਵਾਲੀ ਸੀ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਦੁਆਪਰ ਯੁੱਗ ਦੇ ਕ੍ਰਿਸ਼ਨ ਅਵਤਾਰੀ ਪੁਰਸ਼ ਉਹਦੇ ਘਰ ਜਾ ਕੇ ਉਹਦੀ ਕੱਖਾਂ ਦੀ ਕੁੱਲੀ ਵਿੱਚ ਰਹੇ ਸੀ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ। ਦਾਸੀ ਦਾ ਸੁੱਤ, ਦਾਸੀ ਦਾ ਪੁੱਤ। ਮਹਾਰਾਜ ਕਹਿੰਦੇ ਉਹਦਾ ਜੀਵਨ ਪੜ੍ਹ ਕੇ ਵੇਖ ਲਓ। ਪੁੱਛਣ ਤੋਂ ਭਾਵ ਕੀ ਹੈ ਵੀ ਉਹਦਾ ਜੀਵਨ ਪੜ੍ਹ ਕੇ ਵੇਖੋ। ਪੁੱਛੋ ਬਿਦਰ ਦਾਸੀ ਸੁਤੈ, ਕਿਸ਼ਨ ਉਤਰਿਆ ਘਰ ਜਿਸ ਜਾਏ। ਜਿਹਦੇ ਘਰ ਵਿੱਚ ਜਾ ਕੇ ਕ੍ਰਿਸ਼ਨ ਜੀ ਰਹੇ ਹੀ ਨਹੀਂ, ਬਲਕਿ ਅਲੂਣਾ ਸਾਗ ਵੀ ਖਾਧਾ। ਇੰਨੀ ਗਰੀਬੀ ਘਰ ਵਿੱਚ ਲੂਣ ਵੀ ਕਹਿੰਦੇ ਨਹੀਂ ਸੀ। ਜਾਂ ਉਹਨਾਂ ਨੇ ਪ੍ਰੇਮ ਭਾਵ ਦੇ ਵਿੱਚ ਜੋ ਕੁਝ ਵੀ ਬਣਾਇਆ ਉਹ ਛਕ ਲਿਆ। ਤੋ ਐਸਾ ਵਾਹਿਗੁਰੂ ਦਾ ਨਾਮ ਹੈ, ਅਪ ਜਸ ਮਿਟੈ ਹੋਵੇ ਜਗ ਕੀਰਤ, ਦਰਗਹਿ ਬੈਸਣ ਪਾਈਐ। ਵਾਹਿਗੁਰੂ ਦੀ ਦਰਗਾਹ ਵਿੱਚ ਬੈਸਣਾ ਮਿਲਦਾ ਹੈ, ਉੱਥੇ ਵੀ ਥਾਂ ਮਿਲ ਜਾਂਦੀ ਹੈ। ਜਮ ਕੀ ਤਰਾਸ ਨਾਸ ਹੋਏ, ਕਿਨ ਮੈਂ ਸੁਖ ਆਨੰਦ ਸੇਤੀ ਕਰ ਜਾਈਐ। ਜਮ ਦਾ ਡਰ ਖਤਮ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਜਪੀਏ, ਇੱਕ ਖਿੰਨ ਮਾਤਰ ਵੀ ਕੋਈ ਜਪ ਲਵੇ, ਆਨੰਦ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਕੋਈ ਜੁੜ ਕੇ ਜਪ ਲਵੇ। ਇਹ ਜਿਹੜਾ ਆਪਾਂ ਰੋਜ਼ ਰੋਜ਼ ਜਪਣਾ, ਇਸੇ ਕਰਕੇ ਕਿ ਸਾਡੇ ਜੀਵਨ ਵਿੱਚ ਉਹ ਛਿਨ ਆ ਜਾਵੇ। ਜਦੋਂ ਕੋਈ ਜੁੜੇ ਹੋਏ ਮਨ ਨਾਲ ਰੱਬ ਨੂੰ ਜਪਦਾ ਹੈ ਤੇ ਉਹ ਜਪਦਿਆਂ ਹੀ ਅਵਸਥਾ ਮਿਲ ਜਾਂਦੀ ਹੈ। ਜਾਂ ਤੇ ਘਾਲ ਨਾ ਵਿਰਥੀ ਜਾਈਐ। ਵਾਹਿਗੁਰੂ ਦਾ ਨਾਮ ਐਸਾ ਹੈ, ਜਿਹੜਾ ਵੀ ਕੋਈ ਜਪੇਗਾ ਉਹਦੀ ਘਾਲਣਾ, ਇਹ ਘਾਲੀ ਹੋਈ ਵਿਰਥੀ ਨਹੀਂ ਜਾਂਦੀ। ਹੋਰ ਜਿਹੜੇ ਕਰਮ ਕੀਤੇ ਨੇ ਉਹ ਨਾਸ ਹੋ ਜਾਂਦੇ ਨੇ, ਪਰ ਵਾਹਿਗੁਰੂ ਦਾ ਨਾਮ ਜਪਿਆ ਹੋਇਆ ਇਹ ਘਾਲਣਾ ਵਿਅਰਥ ਨਹੀਂ ਜਾਂਦੀ। 8 ਪੈਰ ਸਿਮਰੋ ਪ੍ਰਭ ਆਪਣਾ, ਮਨ ਤਾਂ ਸਦਾ ਧਿਆਈ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਐਸਾ ਸੁਭਾਅ ਬਣਾਓ, 8 ਪੈਰ ਆਪਣੇ ਪ੍ਰਭੂ ਨੂੰ ਜਪਿਆ ਕਰੋ, ਬਾਣੀ ਪੜ੍ਹੀ ਜਾਇਆ ਕਰੋ। ਉੱਠਦਿਆਂ ਰਸਤੇ ਵਿੱਚ ਜਾ ਰਹੇ ਹੋ, ਅਕਸਰ ਬੇਨਤੀ ਕਰੀਦੀ ਹੈ। ਆਪਾਂ ਇੱਥੋਂ ਕਿਤੇ ਜਾਣਾ, ਗੱਡੀ ਚਲਾ ਰਹੇ ਹਾਂ, ਮੂਲ ਮੰਤਰ ਦਾ ਪਾਠ ਕਰੀ ਜਾਓ, ਜਪਜੀ ਸਾਹਿਬ ਦਾ। ਮੋਟਰਸਾਈਕਲ ਚਲਾ ਰਹੇ ਹਾਂ, ਪੈਦਲ ਜਾ ਰਹੇ ਹਾਂ, ਕਿਤੇ ਵੀ ਜਾ ਰਹੇ ਹਾਂ। ਜੇ ਆਪਾਂ ਘੰਟੇ ਵਿੱਚ ਉਸ ਥਾਂ 'ਤੇ ਜਾਣਾ, 1 ਘੰਟਾ ਆਪਾਂ ਨੂੰ ਨਾਮ ਜਪਣ ਦਾ ਮਿਲ ਗਿਆ। 1 ਘੰਟੇ ਵਿੱਚ ਕਿੰਨਾ ਨਾਮ ਜਪਿਆ ਜਾਂਦਾ ਹੈ। ਇਸੇ ਤਰ੍ਹਾਂ ਘੰਟਾ ਜਾਣਾ, ਘੰਟਾ ਆਉਣਾ, ਕਿੰਨਾ ਨਾਮ ਜਪਿਆ ਗਿਆ। ਰੋਜ਼ ਦਾ ਆਪਾਂ ਇਹ ਸੁਭਾਅ ਬਣਾਉਣਾ ਪਵੇਗਾ। ਹੁੰਦੇ ਤੇ ਆਪਾਂ ਵਿਹਲੇ ਹੀ ਹਾਂ, ਹੋਰ ਤਾਂ ਕੁਝ ਕਰਨਾ ਨਹੀਂ, ਗੱਡੀ 'ਤੇ ਜਾ ਰਹੇ ਹਾਂ, ਬਾਣੀ ਪੜ੍ਹੀ ਚਲੋ, ਨਾਮ ਜਪੀ ਚਲੋ। ਮਹਾਰਾਜ ਕਹਿੰਦੇ ਐਸਾ ਸੁਭਾਅ ਬਣਾਓ ਵੀ 8 ਪੈਰ ਤੁਹਾਡੇ ਅੰਦਰ ਨਾਮ ਚੱਲੀ ਜਾਵੇ, ਸਦਾ ਵਾਸਤੇ ਰਹਾਓ। ਵਿਸ਼ਰਾਮ ਦੇ ਕਹਿੰਦੇ ਮੋਹੇ ਸ਼ਰਨ ਦੀਨ ਦੂ ਭੰਜਨ, ਤੂੰ ਦੇ ਸੋਈ ਪ੍ਰਭ ਪਾਈਐ। ਵਾਹਿਗੁਰੂ ਮੈਂ ਗਰੀਬ ਅਨਾਥ ਤੇਰੀ ਸ਼ਰਨ ਵਿੱਚ ਆਇਆ ਹਾਂ, ਤੂੰ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਜੋ ਤੂੰ ਦਿੰਦਾ ਹੈ ਉਹੀ ਜੀਵ ਪਾਉਂਦੇ ਨੇ। ਜੋ ਸਾਨੂੰ ਦੇਵੇਂਗਾ, ਜੋ ਤੂੰ ਦੇ ਸੋਈ ਹੋਂ ਪਾਈ। ਜੋ ਤੂੰ ਦੇਵੇਂਗਾ ਉਹੀ ਅਸੀਂ ਪਾਣਾ ਹੈ। ਤੂੰ ਕਿਰਪਾ ਕਰ, ਚਰਨ ਕਮਲ ਨਾਨਕ ਰੰਗ ਰਾਤੇ ਅਰਦਾਸੈ ਪੈਜ ਰਖਾਈਐ। ਗੁਰਮੁਖ ਵਾਹਿਗੁਰੂ ਦੇ ਚਰਨਾਂ ਕਮਲਾਂ ਵਿੱਚ ਰਤੇ ਰਹਿੰਦੇ ਨੇ। ਹੇ ਵਾਹਿਗੁਰੂ, ਗੁਰਮੁਖ ਨਾਮ ਜਪਣ ਵਾਲੇ ਤੇਰੀ ਸ਼ਰਨ ਵਿੱਚ ਨੇ, ਤੂੰ ਆਪਣੇ ਦਾਸਾਂ ਦੀ ਪੈਜ ਰੱਖ। ਗੁਜਰੀ ਮਹੱਲਾ ਪੰਜਵਾਂ। ਅਗਲੇਰਾ ਸ਼ਬਦ ਮਹਾਰਾਜ ਫਰਮਾਨ ਕਰ ਰਹੇ ਨੇ, ਵਿਸ਼ਵੰਬਰ ਜੀਉਣ ਕੋ ਦਾਤਾ, ਭਗਤ ਭਰੇ ਭੰਡਾਰ। ਵਿਸ਼ਵ ਨੂੰ ਪਾਲਣ ਵਾਲਾ। ਵਿਸ਼ਵੰਬਰ ਦਾ ਕੀ ਭਾਵ ਹੈ? ਸੰਸਾਰ ਨੂੰ ਪਾਲਣ ਵਾਲਾ। ਵਾਹਿਗੁਰੂ ਨਿਰੰਕਾਰ ਸਾਰਿਆਂ ਜੀਵਾਂ ਦਾ ਦਾਤਾ ਹੈ। ਮਹਾਰਾਜ ਕਹਿੰਦੇ ਉਹਦੇ ਭਗਤੀ ਦੇ ਖਜ਼ਾਨੇ ਭਰੇ ਪਏ ਨੇ। ਜਾ ਕੀ ਸੇਵਾ ਨਿਫਲ ਨਾ ਹੋਦ, ਕਿਨ ਮੈਂ ਕਰੇ ਉਧਾਰ। ਜਿਹੜਾ ਵੀ ਉਹਦੀ ਭਗਤੀ ਕਰੇਗਾ ਉਹਨੂੰ ਸਾਰੀਆਂ ਦੌਲਤਾਂ, ਸਾਰੇ ਖਜ਼ਾਨੇ ਮਿਲ ਜਾਂਦੇ ਨੇ। ਵਾਹਿਗੁਰੂ ਦਾ ਜਪਿਆ ਹੋਇਆ ਨਾਮ ਵਿਅਰਥ ਨਹੀਂ ਜਾਂਦਾ, ਇਹਨੂੰ ਫਲ ਲੱਗਣਾ ਹੀ ਲੱਗਣਾ ਹੈ।
ਇੱਕ ਖਿੰਨ ਮਾਤਰ ਵੀ ਕੋਈ ਜੁੜੇ ਹੋਏ ਮਨ ਨਾਲ ਜਪ ਲਵੇ ਉਹਦਾ ਵੀ ਉਧਾਰ ਹੋ ਜਾਂਦਾ ਹੈ। ਮਨ ਮੇਰੇ ਚਰਨ ਕਮਲ ਸੰਗਰਾਚ। ਇਸ ਕਰਕੇ ਹੇ ਮੇਰੇ ਮਨ, ਤੂੰ ਵਾਹਿਗੁਰੂ ਦੇ ਚਰਨਾਂ ਕਮਲਾਂ ਨਾਲ ਜੁੜਨਾ ਕਰ। ਸਗਲ ਜੀ ਜਾਂ ਕੋ ਆਰਾਧੇ ਤਾਹੂ ਕੋ ਤੂੰ ਜਾਚ। ਜਿਸ ਵਾਹਿਗੁਰੂ ਕੋਲੋਂ ਸਾਰੇ ਹੀ ਜੀਵ ਮੰਗਦੇ ਹਨ, ਹੇ ਮੇਰੇ ਮਨ ਤੂੰ ਵੀ ਉਸ ਵਾਹਿਗੁਰੂ ਕੋਲੋਂ ਹੀ ਮੰਗਣਾ ਕਰ, ਕਿਸੇ ਬੰਦੇ ਦੀ ਓਟ ਨਾ ਰੱਖ। ਰਹਾਓ। ਵਿਸ਼ਰਾਮ ਦੇ ਕੇ ਮਹਾਰਾਜ ਆਖਦੇ ਨੇ, ਨਾਨਕ ਸ਼ਰਨ ਤੁਮਾਰੀ ਕਰਤੇ ਤੂੰ ਪ੍ਰਭ ਪ੍ਰਾਣ ਆਧਾਰ। ਹੇ ਮੇਰੇ ਮਾਲਕ, ਅਸੀਂ ਜੀਵ ਤੇਰੀ ਸ਼ਰਨ ਵਿੱਚ ਆਪੇ ਹਾਂ। ਤੂੰ ਹੀ ਸਾਡੇ ਪ੍ਰਾਣਾਂ ਦਾ ਆਧਾਰ ਹੈ, ਜਿੰਦ ਦਾ ਆਧਾਰ ਹੈ। ਹੋਏ ਸਹਾਈ ਜਿਸ ਤੂੰ ਰਾਖੈ, ਤਿਸ ਕਹਾਂ ਕਰੇ ਸੰਸਾਰ। ਜਿਹਦਾ ਸਹਾਇਕ ਤੂੰ ਹੋ ਜਾਵੇਂ, ਜਿਸ ਦੀ ਰੱਖਿਆ ਤੂੰ ਕਰੇ, ਸਾਰਾ ਸੰਸਾਰ ਵੀ ਉਹਨੂੰ ਮਾਰਨਾ ਚਾਹਵੇ, ਉਹਦਾ ਕੁਝ ਵਿਗਾੜਨਾ ਚਾਹਵੇ, ਤੇ ਸੰਸਾਰ ਵਿਗਾੜ ਨਹੀਂ ਸਕਦਾ। ਐਸਾ ਵਾਹਿਗੁਰੂ ਦਾ ਨਾਮ ਹੈ। ਵੇਖੋ, ਸਾਰਾ ਸੰਸਾਰ ਤੁਹਾਡੇ ਖਿਲਾਫ ਹੋ ਜਾਵੇ ਤੇ ਤੁਹਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਭਗਤ ਪ੍ਰਹਿਲਾਦ ਨੂੰ ਸਾਰਾ ਸੰਸਾਰ ਹੀ ਮਾਰਨ ਨੂੰ ਤੁਲਿਆ ਹੋਇਆ ਸੀ, ਸਾਰੀਆਂ ਫੌਜਾਂ। ਸਮੇਂ ਦੀ ਹਕੂਮਤ ਹੈ, ਉਹਦੇ ਪਿਤਾ ਦੀ ਆਪਣੀ। ਭਗਤ ਕਬੀਰ ਸਾਹਿਬ ਜੀ ਨੂੰ, ਪਰ ਵੇਖੋ ਜੇਕਰ ਵਾਹਿਗੁਰੂ ਨਾਲ ਹੈ, ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ। ਦਸਮ ਪਾਤਸ਼ਾਹ ਜੀ ਨੂੰ ਵੇਖੋ, 10 ਲੱਖ ਦੀ ਫੌਜ ਘੇਰਾ ਭਾਈ ਬੈਠੀ ਚਮਕੌਰ ਦੀ ਗੜੀ ਨੂੰ, ਤੇ ਕਹਿੰਦੇ ਹਿੰਦ ਦੇ ਪੀਰ ਨੂੰ ਇੱਥੋਂ ਜਾਣ ਨਹੀਂ ਦੇਣਾ ਜੀਵਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਉੱਥੋਂ ਵੀ ਆਉਂਦੇ ਹਨ। ਤੋ ਇਸ ਤਰ੍ਹਾਂ ਵਾਹਿਗੁਰੂ ਪਰਮਾਤਮਾ ਆਪਣੇ ਸੇਵਕਾਂ ਦੀ ਲਾਜ ਰੱਖਦਾ ਹੈ। ਸਾਰਾ ਸੰਸਾਰ ਵੀ ਉਹਦੇ ਬਰਖਲਾਫ ਹੋ ਜਾਵੇ, ਉਹਦਾ ਵਿਗਾੜ ਨਹੀਂ ਸਕਦਾ ਕੁਝ। ਗੁਜਰੀ ਮਹੱਲਾ ਪੰਜਵਾਂ। ਜਨ ਕੀ ਪੈਜ ਸਵਾਰੀ ਆਪ। ਆਪਣੇ ਸੇਵਕਾਂ ਦੀ ਪੈਜ ਵਾਹਿਗੁਰੂ ਆਪ ਸਵਾਰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ। ਅਗਲੇਰਾ ਸ਼ਬਦ ਵੀ ਇਸੇ ਸੰਬੰਧ ਵਿੱਚ ਹੈ। ਮਹਾਰਾਜ ਕਹਿੰਦੇ, ਹਰ ਹਰ ਨਾਮ ਦਿਓ ਗੁਰ ਔਖਦ, ਉਤਰ ਗਿਓ ਸਭ ਤਾਪ। ਇਹ ਸ਼ਬਦ ਦੇ ਵਿੱਚ ਮਹਾਰਾਜ ਨੇ ਉਸ ਸਮੇਂ ਦਾ ਵੀ ਜ਼ਿਕਰ ਕੀਤਾ ਜਿਸ ਸਮੇਂ 6ਵੇਂ ਪਾਤਸ਼ਾਹ ਬਾਲਕ ਅਵਸਥਾ ਵਿੱਚ ਸੀ, ਅਤੇ ਉਹਨਾਂ ਨੂੰ ਚੇਚਕ ਦੀ ਜਿਹੜਾ ਹੈ ਉਹ ਰੋਗ ਲੱਗ ਗਿਆ, ਤਾਪ ਹੋ ਗਿਆ, ਖੇਦ ਹੋ ਗਿਆ। ਅਤੇ ਲੋਕ ਕਹਿੰਦੇ ਸੀਤਲਾ ਮਾਤਾ ਦੇ ਮੰਦਿਰ ਜਾਓ, ਉੱਥੇ ਜਾ ਕੇ ਇੱਦਾਂ ਕਰੋ, ਬੱਚਾ ਠੀਕ ਹੋ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਾਨੂੰ ਕਿਤੇ ਜਾਣ ਦੀ ਲੋੜ ਨਹੀਂ, ਅਸੀਂ ਤਾਂ ਪਰਮੇਸ਼ਵਰ ਦਾ ਨਾਮ ਹੀ ਜਪਣਾ, ਕਿਉਂਕਿ ਇੱਥੇ ਨਾਮ ਦੀ ਮਹਿਮਾ ਚੱਲ ਰਹੀ ਹੈ। ਅਤੇ ਮਹਾਰਾਜ ਸੰਗਤਾਂ ਨੂੰ ਆਖਿਆ, ਤੁਸੀਂ ਵੀ ਭਾਈ ਨਾਮ ਜਪੋ, ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨਗੇ, ਬਾਲਕ ਹਰਗੋਬਿੰਦ ਠੀਕ ਹੋ ਜਾਵੇਗਾ। ਗੁਰੂ ਮਹਾਰਾਜ ਜੀ ਦਾ ਬਚਨ ਗੁਰਸਿੱਖਾਂ ਨੇ ਮੰਨਿਆ, ਨਾਮ ਜਪਿਆ, ਕਿਰਪਾ ਹੋਈ ਤੇ ਉਹ ਤਾਪ ਲੈ ਗਿਆ। ਰਹਾਓ। ਹਰਗੋਬਿੰਦ ਰੱਖਿਓ ਪਰਮੇਸ਼ਰ ਆਪਣੀ ਕਿਰਪਾ ਧਾਰ। ਵਾਹਿਗੁਰੂ ਨੇ ਆਪ ਕਿਰਪਾ ਕਰਕੇ ਹਰਗੋਬਿੰਦ ਦੀ ਰੱਖਿਆ ਕੀਤੀ ਹੈ, ਉਹ ਤਾਪ ਲੈ ਗਿਆ। ਆਪਾਂ ਨੂੰ ਵੀ ਇਹ ਜੀਵਨ ਵਿੱਚ ਜੇ ਕਿਤੇ ਕੋਈ ਐਸਾ ਹੁੰਦਾ ਹੈ, ਡਾਕਟਰ ਕੋਲੋਂ ਦਵਾਈ ਲਓ ਤੇ ਰੱਬ ਦਾ ਨਾਮ ਜਪੋ, ਬਾਣੀ ਪੜ੍ਹੋ ਬਸ। ਹੋਰ ਕਿਤੇ ਐਵੇਂ ਨਾ ਮੰਤਰਾਂ ਦੇ ਚੱਕਰਾਂ ਵਿੱਚ ਪੈ ਕੇ ਆਪਣੀ ਜਾਨ ਗਵਾ ਲਓ ਜਾਂ ਆਪਣੇ ਕਿਸੇ ਬੱਚੇ ਨੂੰ ਤੰਗ ਕਰ ਲਵੋ। ਡਾਕਟਰ ਕੋਲ ਜਾਓ, ਸਿਆਣੇ ਕੋਲ ਦਵਾਈ ਲਓ ਅਤੇ ਬਾਣੀ ਪੜ੍ਹੋ, ਨਾਮ ਜਪੋ, ਗੁਰੂ ਚਰਨਾਂ ਵਿੱਚ ਅਰਦਾਸ ਕਰੋ, ਕਿਉਂਕਿ ਦਵਾਈ ਵੀ ਕੰਮ ਤਾਂ ਕਰਦੀ ਹੈ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਦਵਾਈ ਵੀ ਕੰਮ ਤਾਂ ਕਰਦੀ ਜੇ ਵਾਹਿਗੁਰੂ ਵਿੱਚ ਆ ਜਾਵੇ। ਇਸ ਕਰਕੇ ਨਾਲ ਬਾਣੀ ਦਾ ਓਟ ਆਸਰਾ ਜ਼ਰੂਰ ਲੈਣਾ ਹੈ। ਬੱਚਾ ਘਰ ਵਿੱਚ ਢਿੱਲਾ ਮੱਠਾ ਹੈ, ਦਵਾਈ ਦੇਣ ਲੱਗੇ ਹੋ ਅਤੇ ਨਾਲ ਮੂਲ ਮੰਤਰ ਦਾ ਪਾਠ ਕਰ ਲਿਆ ਕਰੋ, ਵਾਹਿਗੁਰੂ ਵਾਹਿਗੁਰੂ ਆਖ ਲਿਆ ਕਰੋ। ਬੜੀ ਕਿਰਪਾ ਹੁੰਦੀ, ਬੜੀ ਬਖਸ਼ਿਸ਼ ਹੁੰਦੀ ਹੈ। ਅੰਗੀਕਾਰ ਕੀਓ ਮੇਰਾ ਕਰਤਾ ਗੁਰ ਪੂਰੇ ਕੀ ਵਡਿਆਈ। ਉਸ ਵਾਹਿਗੁਰੂ ਨਿਰੰਕਾਰ ਨੇ ਬੜੀ ਕਿਰਪਾ ਕੀਤੀ ਹੈ, ਅੰਗੀਕਾਰ ਕੀਤਾ, ਸਾਡਾ ਪੱਖ ਕੀਤਾ, ਸਾਡੇ ਅੰਗਾਂ ਦੇ ਨਾਲ ਸਾਡੀ ਸਹਾਇਤਾ ਕੀਤੀ, ਸਾਡੇ ਅੰਗਾਂ ਵਿੱਚ ਵਰਤ ਗਿਆ ਹੈ। ਇਹ ਉਹਦੀ ਵਡਿਆਈ ਹੈ। ਅਵਚਲ ਨੀਮ ਧਰੀ ਗੁਰੂ ਨਾਨਕ, ਨਿਤ ਨਿਤ ਚੜ੍ਹੈ ਸਵਾਈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾਮ ਸਿਮਰਨ ਦੀ ਅਚਲ ਨੀਂਹ ਰੱਖ ਦਿੱਤੀ, ਇਹਨੂੰ ਕੋਈ ਹਿਲਾ ਨਹੀਂ ਸਕਦਾ। ਨਾਮ ਜਪੋ, ਨਾਮ ਹੀ ਸਾਡੇ ਜੀਵਨ ਨੂੰ ਉੱਚਾ ਲੈ ਸਕਦਾ ਹੈ। ਦਿਨ ਦਿਨ ਜਿਵੇਂ ਕੋਈ ਨਾਮ ਜਪਦਾ ਹੈ, ਦਿਨ ਪ੍ਰਤੀ ਦਿਨ ਇਹ ਜੀਵਨ ਦੇ ਵਿੱਚ ਵੱਡੀ ਪ੍ਰਾਪਤੀ ਹੁੰਦੀ ਜਾਂਦੀ। ਸਤਿਗੁਰੂ ਮੈਂ ਆਰਾਮ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾ ਸਕੀਏ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਇੱਥੋਂ ਤੱਕ ਅੱਜ ਆਪ ਜੀ ਨੇ 3 ਸ਼ਬਦਾਂ ਦੀ ਵਿਚਾਰ ਸਰਵਣ ਕੀਤੀ ਹੈ, ਜਿਨ੍ਹਾਂ ਦਾ ਪ੍ਰਕਰਨ ਇੱਕੋ ਸੀ, ਜਿਨ੍ਹਾਂ ਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਮਹਿਮਾ ਸਤਿਗੁਰੂ ਨੇ ਦੱਸੀ ਹੈ।
ਸਤਿਗੁਰੂ ਮਹਿਰਾਮਤ ਕਰਨ ਨਾਮ ਜਪੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ।